ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਜਪਜੀ ਸਾਹਿਬ ਦੀ 33 ਪੌੜੀਆਂ ਤੇ ਵਿਚਾਰ ਹੋਈ। 34ਵੀਂ ਪੌੜੀ ਤੇ ਵਿਚਾਰ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਸ਼ਬਦਾਰਥ: ਰਾਤੀ यानी रातां, रुत्ती यानी रुत्तां मौसम, थिती यानी थितां तारीखां। गुरु साहिब 34ਵੀਂ ਤੋਂ ਲੈ ਕੇ 37ਵੀਂ 4 ਪੌੜੀਆਂ ਵਿੱਚ ਪਰਮੇਸ਼ਰ ਦੁਆਰਾ ਧਰਤੀ ਸਾਜੇ ਜਾਣ ਦੀ ਵਿਧੀ, ਧਰਤੀ ਸਾਜੇ ਜਾਣ ਦੇ ਮਹੱਤਵ, ਧਰਤੀ ਦੇ ਪ੍ਰਬੰਧ ਵਿੱਚ ਕੰਮ ਕਰ ਰਹੇ ਕਰਮ ਤੇ ਫਲ ਦੇ ਨਿਯਮ ਉੱਤੇ ਪ੍ਰਕਾਸ਼ ਪਾਉਂਦੇ ਹੋਏ ਅੰਦਰਲੇ ਸੂਖਮ ਰੂਹਾਨੀ ਜਗਤ ਦੀ ਝਾਕੀ ਪੇਸ਼ ਕਰਦੇ ਹਨ। ਗੁਰੂ ਸਾਹਿਬ ਨੇ ਸਮੁੱਚੀ ਸਥੂਲ ਅਤੇ ਸੂਖਮ ਸ੍ਰਿਸ਼ਟੀ ਨੂੰ 5 ਭਾਗਾਂ ਵਿੱਚ ਵੰਡਦੇ ਹੋਏ ਇਸ ਨੂੰ ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਅਤੇ ਸੱਚਖੰਡ ਦਾ ਨਾਂ ਦਿੱਤਾ ਹੈ। ਧਰਮਖੰਡ ਦੇ 2 ਭਾਗ ਹਨ। ਇੱਕ ਇਹ ਮਾਤਲੋਕ, ਜਿਸ ਨੂੰ ਆਪ ਨੇ ਧਰਤੀ ਧਰਮਸਾਲ ਦਾ ਨਾਂ ਦਿੱਤਾ ਹੈ। ਇਸ ਦਾ ਸਾਰਾ ਕਾਰ ਵਿਹਾਰ ਕਰਮ ਅਤੇ ਫਲ ਦੇ ਨਿਯਮ ਅਨੁਸਾਰ ਚੱਲ ਰਿਹਾ ਹੈ। ਇਸ ਤੋਂ ਉੱਪਰ ਸੂਖਮ ਰਚਨਾ ਹੈ। ਸੂਖਮ ਰਚਨਾ ਦੇ ਸ਼ੁਰੂ ਵਿੱਚ ਹੀ ਕਰਮ ਅਤੇ ਫਲ ਨੂੰ ਲਾਗੂ ਕਰਨ ਵਾਲਾ ਧਰਮ ਰਾਜ ਆਪਣਾ ਕਾਰਜ ਕਰ ਰਿਹਾ ਹੈ। ਜਿਉਂ-ਜਿਉਂ ਉੱਪਰ ਵੱਲ ਜਾਂਦੇ ਹਾਂ, ਵਧੇਰੇ ਸੂਖਮ ਅਤੇ ਚੇਤਨ ਆਤਮਕ ਜਗਤ ਵਿੱਚ ਪਹੁੰਚਦੇ ਜਾਂਦੇ ਹਨ। 34ਵੀਂ ਪੌੜੀ ਵਿੱਚ ਕਹਿੰਦੇ ਹਨ, ਉਸ ਮਾਲਕ ਨੇ ਦਿਨ ਰਾਤ, ਥਿਤਾਂ ਜਾਂ ਮਿਤੀਆਂ, ਰੁੱਤਾਂ ਜਾਂ ਮੌਸਮ, ਹਵਾ, ਪਾਣੀ, ਅੱਗ ਅਤੇ ਪਤਾਲ ਬਣਾ ਕੇ ਇਸ ਵਿੱਚ ਧਰਤੀ ਨੂੰ ਧਰਮਸਾਲ ਦੇ ਰੂਪ ਵਿੱਚ ਟਿਕਾ ਦਿੱਤਾ ਹੈ। ਇਸ ਧਰਤੀ ਉੱਤੇ ਅਨੰਤ ਨਾਵਾਂ ਵਾਲੇ ਰੰਗ ਬਰੰਗੇ ਭਾਂਤ ਭਾਂਤ ਦੇ ਜੀਵ ਹਨ, ਜੋ ਅਨੇਕ ਜੁਗਤਾਂ ਅਨੁਸਾਰ ਜੀਵਨ ਬਤੀਤ ਕਰ ਰਹੇ ਹਨ। ਕੁੱਲ ਮਾਲਕ ਦੇ ਦਰਬਾਰ ਵਿੱਚ ਜੀਵਾਂ ਦੇ ਕਰਮ ਵਾਚੇ ਜਾਂਦੇ ਹਨ ਅਤੇ ਕਰਮਾਂ ਨੂੰ ਭੁਗਤਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਹ ਮਾਲਕ ਵੀ
ਸੱਚਾ ਹੈ, ਉਹਦਾ ਦਰਬਾਰ ਵੀ ਸੱਚਾ ਹੈ। ਉਹਦੇ ਦਰਬਾਰ ਵਿੱਚ ਪੰਚ ਪ੍ਰਵਾਨ ਅਤੇ ਸੁਭਾਏਮਾਨ ਹਨ, ਜਿਸ ਉੱਤੇ ਉਸ ਮਾਲਕ ਦੀ ਦਇਆ ਦ੍ਰਿਸ਼ਟੀ ਹੁੰਦੀ ਹੈ, ਉਸ ਉੱਤੇ ਉਹਦੀ ਬਖਸ਼ਿਸ਼ ਦਾ ਨਿਸ਼ਾਨ ਲੱਗਦਾ ਹੈ। ਕੱਚਿਆਈ ਅਤੇ ਪੱਕਿਆਈ ਦਾ, ਜਾਂ ਕਿਹੜੇ ਕੱਚੇ ਹਨ ਤੇ ਕਿਹੜੇ ਪੱਕੇ ਹਨ, ਇਸ ਬਾਰੇ ਪੂਰਾ ਪਤਾ ਉੱਥੇ ਗਿਆ ਹੀ ਲੱਗਦਾ ਹੈ। ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਤਾਤਪਰਯ ਇਹ ਹੈ, ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ, ਹਵਾ, ਪਾਣੀ, ਅੱਗ ਅਤੇ ਪਤਾਲ, ਇਹਨਾਂ ਸਾਰਿਆਂ ਦੇ ਇਕੱਠ ਵਿੱਚ ਅਕਾਲ ਪੁਰਖ ਨੇ ਧਰਤੀ ਨੂੰ ਕਰਮ ਕਮਾਉਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ। ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ ਵਸਦੇ ਹਨ, ਜਿਨ੍ਹਾਂ ਦੇ ਅਨੇਕਾਂ ਅਤੇ ਅਣਗਿਣਤ ਹੀ ਨਾਮ ਹਨ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿਥੈ ਸੋਹਨ ਪੰਚ ਪਰਵਾਨ, ਨਾਦਰੀ ਕਰਮ ਪਵੈ ਨੀਸਾਨ। ਤਾਤਪਰਯ ਇਹ ਹੈ, ਇਹਨਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ ਆਪੋ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਅਕਾਲ ਪੁਰਖ ਦੇ ਦਰ ਤੇ ਨਿਬੇੜਾ ਹੁੰਦਾ ਹੈ, ਜਿਸ ਵਿੱਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ ਅਕਾਲ ਪੁਰਖ ਆਪ ਸੱਚਾ ਹੈ। ਉਸ ਦਾ ਦਰਬਾਰ ਵੀ ਸੱਚਾ ਹੈ। ਉਸ ਦਰਬਾਰ ਵਿੱਚ ਸੰਤ ਜਨ ਪ੍ਰਤੱਖ ਤੌਰ ਤੇ ਸੋਭਦੇ ਹਨ ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਉਹਨਾਂ ਸੰਤਾਂ ਜਨਾਂ ਦੇ ਮੱਥੇ ਉੱਤੇ ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ। ਕੱਚ ਪਕਾਈ ਉਥੈ ਪਾਈ, ਨਾਨਕ ਗਿਆ ਜਾਪੈ ਜਾਈ। ਤਾਤਪਰਯ ਇਹ ਹੈ, ਇੱਥੇ ਸੰਸਾਰ ਵਿੱਚ ਕਿਸੇ ਦਾ ਵੱਡਾ ਛੋਟਾ ਅਖਵਾਉਣਾ ਕਿਸੇ ਅਰਥ ਨਹੀਂ। ਇਹਨਾਂ ਦੀ ਕੱਚਿਆਈ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਾਲੂਮ ਹੁੰਦੀ ਹੈ। ਗੁਰੂ ਜੀ ਸਮਝਾਉਂਦੇ, ਅਕਾਲ ਪੁਰਖ ਦੇ ਦਰ ਤੇ ਗਿਆ ਹੀ ਸਮਝ ਆਉਂਦੀ ਹੈ ਕਿ ਅਸਲ ਕੌਣ ਪੱਕਾ ਤੇ ਕੌਣ ਕੱਚਾ। ਭਾਵ ਜਿਸ ਮਨੁੱਖ ਉੱਤੇ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ, ਉਸ ਨੂੰ ਪਹਿਲਾਂ ਇਹ ਸਮਝ ਪੈਂਦੀ ਹੈ ਕਿ ਮਨੁੱਖ ਇਸ ਧਰਤੀ ਤੇ ਕੋਈ ਖਾਸ ਫਰਜ਼ ਨਿਭਾਉਣ ਆਇਆ ਹੈ। ਇੱਥੇ ਜੋ ਅਨੇਕਾਂ ਜੀਵ ਪੈਦਾ ਹੁੰਦੇ ਹਨ, ਇਹਨਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਇਹ ਨਿਬੇੜਾ ਹੁੰਦਾ ਹੈ ਕਿ ਕਿਸ ਕਿਸ ਨੇ ਮਨੁੱਖ ਜਨਮ ਦੇ ਮਨੋਰਥ ਨੂੰ ਪੂਰਾ ਕੀਤਾ ਹੈ। ਜਿਨ੍ਹਾਂ ਦੀ ਮਿਹਨਤ ਕਬੂਲ ਪੈਂਦੀ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਪਾਉਂਦੇ ਹਨ। ਇੱਥੇ ਸੰਸਾਰ ਵਿੱਚ ਕਿਸੇ ਦਾ ਵੱਡਾ ਛੋਟਾ ਅਖਵਾਉਣਾ
ਕਿਸੇ ਅਰਥ ਨਹੀਂ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। केते पवन पानी वै संतर, केते कान महेश, केते बरमे काढ़त घड़ियै, रूप रंग के वेश। केतियां करम भूमि मेर केते, केते धू उपदेश, केते इंद चंद सूर केते, केते मंडल देश। केते सिद्ध बुद्ध नाथ केते, केते देवी वेश। केते देव दानव मुन केते, केते रतन समुंद। केतियां खाणी केतियां बाणी, केते पात नरिंद। केतियां सुरती सेवक केते, नानक अंत ना अंत। शब्दार्थ कान यानी कृष्ण, महेश यानी शिवजी, के यानी अनेक, वेश यानी स्वरूप सकला, मेर यानी सुमेर पर्वत, धू यानी ध्रुव भगत, इंद यानी इंद्र देव यानी देवता, दानव यानी राक्षस, पात यानी पातशाह, नरिंद यानी राजे, सुरती यानी सुरतियाँ आत्मावां, सेवक यानी दास। 34ਵੀਂ ਪੌੜੀ ਵਿੱਚ ਆਪਣੀ ਵਿਚਾਰਧਾਰਾ ਦਾ ਖੁਲਾਸਾ ਕਰਕੇ ਗੁਰੂ ਸਾਹਿਬ ਅਗਲੀਆਂ ਪੌੜੀਆਂ ਵਿੱਚ ਉਹਨਾਂ ਸੂਖਮ रूहानी मंडलों की झाकी पेश करते हैं, जिन्हां विचों लंघ के नाम जपण वाले गुरमुख धुर घर जा सचखंड पहुँचते हैं। गुरु साहिब कहते हैं, ऊपर धर्म खंड दे धर्म नियम जा ਸੁਭਾਅ ਦਾ ਵਰਤਾਨ ਹੋ ਚੁੱਕਾ ਹੈ। ਹੁਣ ਗਿਆਨ ਖੰਡ ਦੇ ਕਰਮ ਸੁਭਾਅ ਅਤੇ ਸਰੂਪ ਦਾ ਵਰਣਨ ਕੀਤਾ ਜਾਂਦਾ ਹੈ। ਗਿਆਨ ਖੰਡ ਵਿੱਚ ਪਹੁੰਚ ਕੇ ਪਤਾ ਲੱਗਦਾ ਹੈ ਕਿ ਅਨੇਕ ਪ੍ਰਕਾਰ ਦੇ ਅੱਗ, ਹਵਾ, ਪਾਣੀ ਹਨ। अनेक कृष्ण महादेव जा शिव हैं। घाड़ता घड़न वाले अनेक ब्रह्मा हैं, जो अनेक प्रकार के रंग रूप अते वेश घड़ रहे हैं। अनेक कर्म भूमियां हैं, अनेक पर्वत हैं, अनेक ध्रुव भगती का उपदेश पा के भगती विच लगे हुए हैं। अनेक इंद्र चंद सूरज मंडल अते देश हैं। अनेक सिद्ध बुद्ध अते नाथ हैं। अनेक वेशां वालियां देवियां हैं। अनेक देवता राक्षस अते ऋषि मुनि हैं। अनेक समुंदर अते अनेक रतन हैं। अनेक प्रकार दियां खाणियां अते बाणियां हैं। अनेक पातशाह अते राजे हैं। अनंत सुरतियां अते सेवक हैं, जिन्हां दा
कोई अंत नहीं है।